ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਸੰਤ ਸਿੰਘ ਮਸਕੀਨ ਜੀ, ਉਹਨਾਂ ਦੀ ਮਹਾਨ ਸ਼ਖਸੀਅਤ ਬਾਰੇ ਉਹਨਾਂ ਦੇ ਸਮਕਾਲੀ ਵਿਦਵਾਨਾਂ ਵਿੱਚੋਂ ਸਰਦਾਰ ਪੂਰਨ ਸਿੰਘ ਪਾਂਧੀ ਜੀ, ਜੋ ਕੈਨੇਡਾ ਟੋਰਾਂਟੋ ਦੇ ਵਸਨੀਕ ਹਨ, ਉਹਨਾਂ ਵੱਲੋਂ ਜੋ ਲਿਖਤ ਲਿਖੀ ਗਈ ਹੈ ਉਹ ਬੋਲ ਕੇ ਸੁਣਾ ਰਿਹਾ ਹਾਂ। ਉਹਨਾਂ ਸਿਰਲੇਖ ਲਿਖਿਆ ਹੈ ਵਿਦਵਤਾ ਦੇ ਸਾਗਰ ਗਿਆਨੀ ਸੰਤ ਸਿੰਘ ਮਸਕੀਨ। ਆਪ ਜੀ ਲਿਖਦੇ ਹਨ, ਜਿਨ੍ਹਾਂ ਮਹਾਨ ਹਸਤੀਆਂ ਦੀ ਉਸਾਰੀ ਕਰਨ, ਤਿਆਰੀ ਕਰਨ ਅਤੇ ਪੈਦਾ ਕਰਨ ਵਿੱਚ ਕੁਦਰਤ ਨੂੰ ਸਦੀਆਂ ਲੱਗ ਜਾਂਦੀਆਂ ਹਨ ਅਤੇ ਯੁੱਗਾਂ ਬਾਅਦ ਧਰਤੀ ਤੇ ਉਹਨਾਂ ਦਾ ਆਗਮਨ ਹੁੰਦਾ ਹੈ, ਉਹਨਾਂ ਲਾਗੇ ਜਦੋਂ ਮੌਤ ਆਉਂਦੀ ਹੈ ਤਾਂ 2 ਪਲ ਨਹੀਂ ਲੱਗਦੇ, ਆਪਣੇ ਨਾਲ ਤੋਰ ਕੇ ਲੈ ਜਾਂਦੀ ਹੈ। ਅਜਿਹੀ ਮਹਾਨ ਹਸਤੀ ਸਨ ਗਿਆਨੀ ਸੰਤ ਸਿੰਘ ਮਸਕੀਨ, ਜਿਨ੍ਹਾਂ ਕੋਲ ਮੌਤ ਜਦ ਆਈ 2 ਪਲ ਨਹੀਂ ਲੱਗੇ। 18 ਫਰਵਰੀ ਸਨ 2005 ਵਿੱਚ ਆਪਣੇ ਨਾਲ ਤੋਰ ਕੇ ਲੈ ਗਈ। ਲੱਗਦਾ ਹੈ ਜਿਵੇਂ ਸਿਖਰ ਦੁਪਹਿਰੇ ਗਿਆਨ ਦਾ ਸੂਰਜ ਡੁੱਬ ਗਿਆ ਹੋਵੇ। ਕਥਨ ਕਲਾ ਦੇ ਅੰਬਰੀ ਹਨੇਰਾ ਪੈ ਗਿਆ, ਸੂਖਮ ਵਿਚਾਰਧਾਰਾ ਦਾ ਬਾਗ ਉੱਜੜ ਗਿਆ ਤੇ ਵਿਦਵਤਾ ਦੀ ਦੁਨੀਆ 'ਚ ਸੁੰਨ ਪਸਰ ਗਈ। ਮਸਕੀਨ ਜੀ ਦੇ ਆਗਮਨ ਨਾਲ ਵਿਦਵਤਾ ਅਤੇ ਕਥਾ ਦਾ ਇੱਕ ਵਿਸ਼ੇਸ਼ ਯੁੱਗ ਆਰੰਭ ਹੁੰਦਾ ਦਿਖਾਈ ਦਿੰਦਾ ਹੈ ਅਤੇ ਉਹਨਾਂ ਦੇ ਤੁਰ ਜਾਣ ਪਿੱਛੋਂ ਉਸ ਯੁੱਗ ਦਾ ਅੰਤ ਹੁੰਦਾ ਵੇਖ ਰਹੇ ਹਾਂ। ਵਿਦਵਤਾ ਦੇ ਅੰਬਰਾਂ ਤੇ ਚੰਦਰਮਾ ਵਾਂਗ ਚਮਕਣ ਵਾਲੇ ਮਸਕੀਨ ਜੀ ਬਹੁਪੱਖੀ ਵਿਦਵਤਾ, ਅਨੋਖੀ ਆਭਾ ਤੇ ਅਦੁੱਤੀ ਪ੍ਰਤਿਭਾ ਦੇ ਮਾਲਕ ਸਨ। ਉਹ ਇੱਕ ਬੈਠਕ ਵਿੱਚ ਕੇਵਲ ਇੱਕ ਵਿਸ਼ੇ ਦੀ ਹੀ ਚੋਣ ਕਰਦੇ ਅਤੇ ਉਸ ਵਿਸ਼ੇ ਦੇ ਨਿਭਾ ਲਈ ਭਿੰਨ-ਭਿੰਨ ਉਦਾਹਰਣਾਂ, ਕੋਟੇਸ਼ਨਾਂ ਦੇ ਨਾਲ ਹਿੰਦੀ, ਉਰਦੂ, ਫਾਰਸੀ ਦੀਆਂ ਕਾਵਿ ਟੁਕੜੀਆਂ ਦੇ ਬੋਲ ਲਾ ਦਿੰਦੇ। ਸ਼ੇਰ ਬੋਲਦੇ ਤਾਂ ਲੱਗਦਾ ਜਿਵੇਂ ਅੰਬਰ ਤੋਂ ਸੀਤਲ ਬੂੰਦਾਂ ਦੀ ਫੁਹਾਰ ਪੈਂਦੀ ਹੋਵੇ। ਸਰੋਤੇ ਸ਼ਰਸ਼ਾਰ ਹੁੰਦੇ, ਨਿਹਾਲ ਹੁੰਦੇ ਤੇ ਮੰਤਰ ਮੁਗਧ ਹੁੰਦੇ ਸਨ। ਸਿੱਖ ਪੰਥ ਵਿੱਚ ਇੱਕੋ ਇੱਕ ਉਹ ਨਵੇਕਲੀ ਹਸਤੀ ਸਨ, ਜਿਨ੍ਹਾਂ ਦੀ ਵਿਆਖਿਆ ਅਸਾਧਾਰਨ ਖਿੱਚ, ਤਿੱਖਾ ਵੇਗ ਤੇ ਅਨੋਖੇ ਪ੍ਰਭਾਵ ਦੀ ਸ਼ਿੱਦਤ ਸੀ। ਸਰੋਤਿਆਂ ਦੀ ਇੰਨੀ ਵਿਆਪਕ ਭੀੜ ਹੁੰਦੀ ਕਿ ਵੱਡੇ ਤੋਂ ਵੱਡੇ ਹਾਲ ਵੀ ਛੋਟੇ ਹੋ ਜਾਂਦੇ ਸਨ। ਜਿਨ੍ਹਾਂ ਦੈਵੀ ਤੇ ਸਦਗੁਣਾ ਕਰਕੇ ਮਸਕੀਨ ਜੀ ਦੀ ਹਜ਼ਾਰਾਂ ਲੱਖਾਂ ਹੋਰਨਾਂ ਵਿਦਵਾਨਾਂ ਤੋਂ ਵੱਖਰੀ ਅਤੇ ਨਵੇਕਲੀ ਹੋਂਦ ਸਥਾਪਿਤ ਹੁੰਦੀ ਹੈ, ਉਹਨਾਂ ਵਿੱਚੋਂ ਸਭ ਤੋਂ ਮਹਾਨ ਗੁਣ ਹੈ ਉਹਨਾਂ ਦੀ ਭਾਸ਼ਾ, ਬੋਲੀ, ਸ਼ੈਲੀ। ਮਸਕੀਨ ਜੀ ਜਿੱਥੇ ਗੁਰਮਤ, ਗੁਰਬਾਣੀ ਅਤੇ ਸਿੱਖ ਸਿਧਾਂਤਾਂ ਦੇ ਮਹਾਨ ਵਿਆਖਿਆਕਾਰ ਸਨ, ਉੱਥੇ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਆਦਿ ਭਾਸ਼ਾਵਾਂ ਦੇ ਸਾਹਿਤ ਰਸੀਏ, ਗਿਆਨਵਾਨ, ਗੰਭੀਰ ਚਿੰਤਕ ਤੇ ਮਹਾਨ ਵਿਦਵਾਨ ਸਨ। ਵੇਦਾਂ, ਕਤੇਬਾਂ, ਉਪਨਿਸ਼ਦਾਂ, ਸਿਮਰਤੀਆਂ ਦਾ ਅਤੇ ਉਹਨਾਂ ਵਿਚਲੇ ਸਿਧਾਂਤ ਤੇ ਫਿਲਾਸਫੀ ਦਾ ਉਹਨਾਂ ਨੂੰ ਬਹੁਤ ਗੰਭੀਰ ਤੇ ਗੂੜ੍ਹਾ ਗਿਆਨ ਸੀ। ਸੰਸਾਰ ਦੇ ਵੱਖ-ਵੱਖ ਧਰਮਾਂ, ਮਤਾਂ, ਮਜ਼ਹਬਾਂ ਦੇ ਰੀਤੀ ਰਿਵਾਜਾਂ, ਵਹਿਮਾਂ ਭਰਮਾਂ ਦੀ ਅਤੇ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਮਰਿਆਦਾ ਤੇ ਸਿੱਖਿਆਵਾਂ ਦੀ ਭਰਪੂਰ ਜਾਣਕਾਰੀ ਸੀ। ਦੁਨੀਆ ਦੇ ਇਤਿਹਾਸ, ਮਿਥਿਹਾਸ, ਭੂਗੋਲ ਅਤੇ ਅਜੋਕੇ ਵਿਗਿਆਨ ਦੀਆਂ ਕਾਢਾਂ ਦੇ ਉਹ ਮਾਹਰ ਵਿਦਵਾਨ ਸਨ। ਗੁਰਬਾਣੀ ਦੇ ਆਸ਼ੇ ਉਦੇਸ਼ ਤੇ ਵਿਸ਼ੇ ਨਾਲ ਸੰਬੰਧਿਤ ਹੋਰ ਮਤਾਂ ਦੇ ਢੁਕਵੇਂ ਪ੍ਰਮਾਣ ਦੇਣ ਅਤੇ ਤੁਲਨਾਤਮਕ ਵਿਆਖਿਆ ਕਰਨ ਦੇ ਬਹੁਤ ਵੱਡੇ ਉਸਤਾਦ ਸਨ। ਭਾਈ ਨੰਦ ਲਾਲ, ਸ਼ੇਖ ਸਾਦੀ, ਮੀਰ ਤਕੀ, ਅਮੀਰ ਖੁਸਰੋ, ਜ਼ੌਕ, ਗਾਲਬ ਤੇ ਹੋਰ ਅਨੇਕਾਂ ਹਿੰਦੀ, ਉਰਦੂ, ਫਾਰਸੀ ਦੇ ਸ਼ਾਇਰਾਂ ਦੇ ਕਲਾਮ ਤੇ ਕੀਮਤੀ ਸ਼ੇਅਰਾਂ ਦਾ ਭਰ ਵਗਦਾ ਦਰਿਆ ਸਨ। ਸੁਲਝੇ ਵਿਦਵਾਨਾਂ ਵਾਲੀ ਠੁਕਦਾਰ ਭਾਸ਼ਾ, ਢੁਕਵਾਂ ਉਚਾਰਨ ਤੇ ਕਾਵਿਕ ਸ਼ਬਦਾਵਲੀ ਵਿੱਚ ਅਣਿਆਲੇ ਤੀਰਾਂ ਵਰਗੀ ਤੀਖਣਤਾ ਹੁੰਦੀ। ਪੇਸ਼ਕਾਰੀ ਵਿੱਚ ਅੰਤਾਂ ਦਾ ਵੇਗ, ਮਿਠਾਸ
ਤੇ ਵਹਾ ਹੁੰਦਾ। ਵਿਚਾਰਾਂ ਦੀ ਕੋਠਾਲੀ ਵਿੱਚ ਢਲੇ ਹੋਏ ਹਰ ਅੱਖਰ, ਹਰ ਸ਼ਬਦ ਤੇ ਹਰ ਵਾਕ ਦੀ ਤੋਰ ਬਦਲ ਜਾਂਦੀ ਤੇ ਪ੍ਰਭਾਵ ਤੀਬਰ ਹੋ ਜਾਂਦਾ। ਸੋਧੇ, ਸ਼ਿੰਗਾਰੇ ਤੇ ਤਰਾਸ਼ੇ ਹੋਏ ਹੀਰੇ ਵਾਂਗ ਸ਼ਬਦ ਤੇ ਵਾਕ ਚਾਂਦੀ ਦੀ ਤਸਤਰੀ ਵਿੱਚ ਸੋਨੇ ਦੇ ਜੇਵਰਾਂ ਵਾਂਗ ਪਰੋਸ ਕੇ ਸਰੋਤਿਆਂ ਅੱਗੇ ਪੇਸ਼ ਕਰਨ ਦੇ ਉਸਤਾਦ ਸਨ। ਇਹੋ ਪੇਸ਼ਕਾਰੀ ਮਸਕੀਨ ਜੀ ਨੂੰ ਹੋਰ ਵਿਦਵਾਨਾਂ ਤੋਂ ਵੱਖਰਿਆਉਂਦੀ ਤੇ ਮਹਾਨ ਬਣਾਉਂਦੀ ਸੀ। ਮਸਕੀਨ ਜੀ ਦੀ ਭਾਸ਼ਾ ਤੇ ਸ਼ਬਦਾਵਲੀ ਵਿੱਚ ਇੱਕੋ ਅਰਥਾਂ ਵਾਲੇ ਸਮਅਰਥੀ ਤੇ ਵਿਰੋਧੀ ਸ਼ਬਦਾਂ ਦਾ ਵਿਸ਼ੇਸ਼ਣਾਂ ਤੇ ਕਿਰਿਆ ਵਿਸ਼ੇਸ਼ਣਾਂ ਦਾ ਅਮੁੱਕ ਤੇ ਅਸੀਮ ਖਜ਼ਾਨਾ ਸੀ। ਅਨੇਕਾਂ ਹੋਰ ਅਲੰਕਾਰਾਂ ਦੇ ਨਾਲ ਸ਼ਬਦਾਰਥ ਅਲੰਕਾਰ ਦੀ ਆਪ ਬਹੁਤ ਵਰਤੋਂ ਕਰਦੇ ਸਨ। ਬੋਲਦੇ ਤਾਂ ਲੱਗਦਾ ਜਿਵੇਂ ਰਸਨਾ ਤੋਂ ਨਿਕਲਿਆ ਹਰ ਸ਼ਬਦ, ਹਰ ਅੱਖਰ ਕਿਸੇ ਅਗੰਮੀ ਤੇ ਅਨੋਖੀ ਲੈਅ ਵਿੱਚ ਤਾਲ ਦੇ ਰਿਹਾ ਹੋਵੇ। ਮਤਵਾਲੇ ਸ਼ਬਦ ਨਿਰਤ ਕਰ ਰਹੇ ਹੋਣ ਤੇ ਉਚਾਰਨ ਵਿੱਚੋਂ ਅਨਹਦ ਨਾਦ ਵਰਗੀ ਸਰਸ਼ਾਰੀ ਗੂੰਜ ਪੈ ਰਹੀ ਹੋਵੇ। ਸਰੋਤੇ ਕੀਲੇ ਜਾਂਦੇ ਸਨ। ਭਾਰੀ ਇਕੱਤਰਤਾ ਵਿੱਚ ਉੱਚੀ ਸਾਹ ਲੈਣ ਦੀ ਵੀ ਆਵਾਜ਼ ਨਹੀਂ ਸੀ ਆਉਂਦੀ। ਮਸਕੀਨ ਜੀ ਦੀ ਆਵਾਜ਼ ਸੰਗੀਤਕ, ਸਰੋਦੀ ਤੇ ਮਿਠਾਸ ਨਾਲ ਭਰੀ ਹੋਈ ਸੀ। ਇੱਕ ਰਸ, ਟਿਕਾ ਤੇ ਸਹਿਜ ਨਾਲ ਬੋਲਣ ਦਾ ਉਹਨਾਂ ਦਾ ਆਪਣਾ ਅਨੋਖਾ ਅੰਦਾਜ਼ ਸੀ। ਦੁਹਰਾਓ ਵੀ ਬਹੁਤ ਕਰਦੇ ਸਨ ਤੇ ਠਹਿਰਾਅ ਵੀ ਬਹੁਤ ਹੁੰਦਾ ਸੀ। ਚਲਦੀ ਵਿਆਖਿਆ ਦਾ ਸਮੁੱਚਾ ਪ੍ਰਸੰਗ ਬਗੈਰ ਕਿਸੇ ਕੱਟ ਵੱਢ ਜਾਂ ਬਗੈਰ ਸੁਧ ਸੁਧਾਈ ਤੋਂ ਇੰਨ ਬਿੰਨ ਲਿਖ ਕੇ ਛਾਪ ਦਿੱਤਾ ਜਾਂਦਾ ਤਾਂ ਉੱਚੇ ਮਿਆਰ ਦੀ ਰਚਨਾ ਬਣ ਜਾਂਦੀ। ਅਜਿਹੀ ਮਿਸਾਲ 2 ਭਾਗਾਂ ਵਿੱਚ ਇਹਨਾਂ ਦੀਆਂ ਛਪੀਆਂ ਪੁਸਤਕਾਂ ਮਸਕੀਨ ਜੀ ਦੇ ਲੈਕਚਰ ਤੋਂ ਭਲੀ ਭਾਂਤ ਮਿਲਦੀ ਹੈ। ਇਹਨਾਂ ਦੀਆਂ 1 ਦਰਜਨ ਤੋਂ ਵੱਧ ਛਪੀਆਂ ਪੁਸਤਕਾਂ ਵੀ ਮਿਲਦੀਆਂ ਹਨ। ਅਣਛਪੀਆਂ ਪੁਸਤਕਾਂ ਦੇ ਪਤਾ ਨਹੀਂ ਕਿੰਨੇ ਖਰੜੇ ਅਧੂਰੇ ਛੱਡ ਗਏ ਹਨ। ਨਵੀਨ ਪੰਜਾਬੀ ਸਾਹਿਤ ਦੇ ਪਿਤਾਮਾ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਵੇਂ ਗੁਰਬਤ ਵਿੱਚ ਮੰਧੋਲੀ ਹੋਈ ਪੰਜਾਬੀ ਵਾਰਤਕ ਨੂੰ ਪਾਟੇ ਚੀਥੜਿਆਂ ਵਿੱਚੋਂ ਕੱਢ ਕੇ ਉਸ ਦੀਆਂ ਮੀਡੀਆਂ ਗੁੰਦੀਆਂ, ਸੁਰਖੀ ਬਿੰਦੀ ਲਾਈ, ਹਾਰ ਸ਼ਿੰਗਾਰ ਕੀਤਾ ਤੇ ਸਿੰਘਾਸਣ ਤੇ ਬਿਠਾਈ, ਹੂ ਬਹੂ ਇਸੇ ਤਰ੍ਹਾਂ ਮਸਕੀਨ ਜੀ ਨੇ ਪੁਰਾਤਨ ਡੇਰਿਆਂ, ਧਰਮਸ਼ਾਲਾਵਾਂ ਤੇ ਗੁਰਦੁਆਰਿਆਂ ਵਿੱਚ ਸਦੀਆਂ ਤੋਂ ਕੀਤੀ ਜਾਂਦੀ ਪੁਰਾਤਨ ਕਥਾ ਦੇ ਰਵਾਇਤੀ ਢੰਗ ਦੀ ਵਲਗਣ ਵਿੱਚੋਂ ਬਾਹਰ ਕੱਢਣ, ਨਵੀਨ ਬੋਲੀ ਸ਼ੈਲੀ ਵਿੱਚ ਸਥਾਪਿਤ ਕਰਨ, ਅਕਾਦਮਿਕ ਤੇ ਵਿਦਿਅਕ ਅਦਾਰਿਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਕਥਾ ਦਾ ਫੈਲਾਅ ਕਰਨ ਦਾ ਅਧਿਆਪਕਾਂ, ਪ੍ਰੋਫੈਸਰਾਂ, ਡਾਕਟਰਾਂ, ਗਿਆਨੀਆਂ, ਵਿਗਿਆਨੀਆਂ, ਖੋਜਕਾਰਾਂ ਤੱਕ ਧਾਰਮਿਕ ਕਥਾ ਦਾ ਘੇਰਾ ਮੋਕਲਾ ਤੇ ਵਿਸ਼ਾਲ ਕਰਨ ਦਾ ਅਦੁੱਤੀ ਤੇ ਇਤਿਹਾਸਕ ਕਾਰਜ ਕੀਤਾ ਹੈ। ਇਹੋ ਕਾਰਨ ਹੈ ਕਿ ਮਸਕੀਨ ਜੀ ਦੀ ਕਥਾ ਦੇ ਵੱਡੀਆਂ ਡਿਗਰੀਆਂ ਵਾਲੇ, ਉੱਚੀਆਂ ਪਦਵੀਆਂ ਵਾਲੇ ਬੁੱਧੀਜੀਵੀ, ਡਾਕਟਰ, ਲੇਖਕ ਤੇ ਵਿਦਵਾਨ ਉਪਾਸ਼ਕ ਸਨ ਅਤੇ ਉਹ ਚੱਲ ਰਹੀ ਵਿਆਖਿਆ ਦੀ ਟੇਪ ਰਿਕਾਰਡਿੰਗ ਕਰਦੇ ਤੇ ਨੋਟ ਲੈਂਦੇ ਵੇਖੇ ਜਾਂਦੇ ਸਨ। ਕਲਾਸੀਕਲ ਸੰਗੀਤ ਦੀ ਦੁਨੀਆ ਵਿੱਚ ਜਿਵੇਂ ਕਿਸੇ ਇੱਕ ਮਹਾਨ ਸੰਗੀਤਕਾਰ ਦੀ ਨਵੇਕਲੇ ਰੰਗ ਦੀ ਗਾਇਕੀ ਕਾਰਨ ਉਸ ਦੇ ਨਾਂ ਤੇ ਜਾਂ ਉਸ ਦੀ ਰਿਹਾਇਸ਼ ਵਾਲੇ ਕਿਸੇ ਸ਼ਹਿਰ ਦੇ ਨਾਂ ਤੇ ਵੱਖ-ਵੱਖ ਘਰਾਣੇ ਪ੍ਰਸਿੱਧ ਹਨ, ਜਿਵੇਂ ਪੰਜਾਬ ਦੇ ਸ਼ਾਮ 84 ਤੇ ਪਟਿਆਲਾ ਘਰਾਣੇ ਪ੍ਰਸਿੱਧ ਹਨ ਤੇ ਹੁਣ ਹਰ ਵਲਬ ਦੀ ਚੜ੍ਹਤ ਹੈ। ਇਸੇ ਤਰ੍ਹਾਂ ਕਥਾਵਾਚਕਾਂ ਵਿੱਚ ਮਸਕੀਨ ਸਾਹਿਬ ਦੇ ਸਟਾਈਲ ਦੀ ਕਥਾ ਦੇ ਘਰਾਣੇ ਦਾ ਨਾਮ ਹੀ ਮਸਕੀਨ ਘਰਾਣਾ ਸਥਾਪਿਤ ਹੋ ਚੁੱਕਾ ਹੈ। ਹੁਣ ਦੇ ਬਹੁਤੇ ਕਥਾਕਾਰਾਂ ਦੀ ਪੇਸ਼ਕਾਰੀ ਵਿੱਚ ਤੇ ਪਹਿਰਾਵੇ ਵਿੱਚ ਮਸਕੀਨ ਜੀ ਵਾਲੀ ਝਲਕ ਮਿਲਦੀ ਹੈ। ਪਾਕਿਸਤਾਨ ਦੇ ਸੂਬਾ ਸਰਹੱਦ ਦੇ ਜ਼ਿਲ੍ਹਾ ਬੰਨੂ, ਕਸਬਾ ਲੱਕ ਮਰਵਤ ਵਿਖੇ ਪਿਤਾ ਸਰਦਾਰ ਕਰਤਾਰ ਸਿੰਘ, ਮਾਤਾ ਰਾਮ ਕੌਰ ਦੇ ਘਰ ਅਕਤੂਬਰ 1934 ਨੂੰ ਜਨਮੇ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਕਥਾ ਨਾਲ ਲਗਭਗ 1950 ਤੋਂ
ਇੱਕ ਵੱਖਰੀ ਤੇ ਵਿਸ਼ੇਸ਼ ਸ਼ੈਲੀ ਆਰੰਭ ਹੁੰਦੀ ਹੈ ਅਤੇ ਇੱਕ ਨਵੀਨ ਤੇ ਰੋਮਾਂਟਿਕ ਸਟਾਈਲ ਦੀ ਕਥਾ ਦਾ ਯੁੱਗ ਆਰੰਭ ਹੁੰਦਾ ਹੈ। ਬੀਤੇ 50-55 ਸਾਲਾਂ ਤੋਂ ਗੁਪਤ ਪ੍ਰਗਟ ਰੂਪ ਵਿੱਚ ਹਜ਼ਾਰਾਂ ਕਥਾਵਾਚਕ ਮਸਕੀਨ ਜੀ ਦੀ ਬੋਲੀ ਸ਼ੈਲੀ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਦੀ ਕਥਨੀ ਤੇ ਵਿਦਵਤਾ ਤੋਂ ਲਾਭ ਲੈ ਰਹੇ ਹਨ। ਧਾਰਮਿਕ ਕਥਾਕਾਰਾਂ ਦੀ ਸ਼੍ਰੇਣੀ ਵਿੱਚ ਮਸਕੀਨ ਜੀ ਅੱਧੀ ਸਦੀ ਤੋਂ ਵਧੇਕ ਸਮੇਂ ਤੱਕ ਇੱਕ ਵਿਸ਼ਾਲ ਬੋਹੜ ਵਾਂਗ ਛਾਏ ਰਹੇ ਹਨ ਅਤੇ ਇਸ ਦੀ ਠੰਡੀ, ਮਿੱਠੀ ਤੇ ਸੰਘਣੀ ਛਾਂ ਵਿੱਚ ਪੰਥ ਦੇ ਹੋਰ ਬਹੁਤ ਸਾਰੇ ਵਿਦਵਾਨ ਪਨਾਹ ਲੈਂਦੇ ਤੇ ਆਤਮਿਕ ਤ੍ਰਿਪਤੀ ਕਰਦੇ ਰਹੇ। ਗ੍ਰਸਤੀਆਂ ਵਾਲੇ ਸਾਧਾਰਨ ਪਹਿਰਾਵੇ ਵਿੱਚ ਵੀ ਇਹਨਾਂ ਦੀ ਸ਼ਖਸੀਅਤ ਦਾ ਅਖੌਤੀ ਸੰਤ ਬਾਬਿਆਂ ਤੋਂ ਵੀ ਉਚੇਰਾ ਪ੍ਰਭਾਵ ਸੀ। ਇਹੋ ਕਾਰਨ ਹੈ ਕਿ ਕਈ ਭੋਲੇ ਭਾਲੇ ਤੇ ਸ਼ਰਧਾਲੂ ਇਹਨਾਂ ਨੂੰ ਸੰਤ ਮਸਕੀਨ ਸਿੰਘ ਆਖਦੇ ਸੁਣੇ ਜਾਂਦੇ। ਮਸਕੀਨ ਜੀ ਦੇ ਗੁਰਮਤਿ ਪ੍ਰਚਾਰ ਦਾ ਵਿਸਥਾਰ ਇੱਕ ਬਹੁਤ ਵੱਡੀ ਸੰਸਥਾ ਜਾਂ ਵੱਡੀ ਟਕਸਾਲ ਵਰਗਾ ਹੈ। ਆਪ ਨੇ ਪੂਰੇ ਵਿਸ਼ਵ ਦੇ ਗੁਰਦੁਆਰਿਆਂ ਵਿੱਚ ਪਹੁੰਚ ਕੀਤੀ ਅਤੇ ਮਹਾਨ ਸੰਸਥਾ ਵਾਂਗ ਗੁਰਮਤਿ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਸਾਰੀ ਹਯਾਤੀ ਦੇ ਸਾਰੇ ਦਿਨ, ਸਾਰੇ ਸੁਬਹ ਸ਼ਾਮ ਗੁਰਮਤਿ ਪ੍ਰਚਾਰ ਦੇ ਲੇਖੇ ਲਾਏ ਹਨ। ਕਿਸੇ ਨੂੰ ਨਿੰਦਣ, ਭੰਡਣ ਅਤੇ ਪ੍ਰਾਪੇਗੰਡਾ ਕਰਨ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੀ ਸਲਾਹਤਾ ਕਰਨ ਜਾਂ ਕਿਸੇ ਤੋਂ ਕੋਈ ਵਿਸ਼ੇਸ਼ ਲਾਹਾ ਲੈਣ ਦੀ ਭਾਵਨਾ ਤੋਂ ਬਹੁਤ ਉਚੇਰੇ ਅਤੇ ਪਾਕ ਪਵਿੱਤਰ ਹਸਤੀ ਸਨ। ਕਿਸੇ ਦੀ ਖੁਸ਼ਾਮਦ ਜਾਂ ਚਾਪਲੂਸੀ ਤੋਂ, ਬੇਮੇਚੇ ਲੋਭ ਤੋਂ, ਹਉਮੈ ਹੰਕਾਰ ਤੋਂ, ਦਿਖਾਵੇ ਤੇ ਅਡੰਬਰ ਤੋਂ ਅਸਲੋਂ ਨਿਰਲੇਪ ਤੇ ਬੇਦਾਗ ਸਨ। ਬੈਸਣ ਵਾਲੇ, ਖਹਿਣ ਵਾਲੇ, ਐਵੇਂ ਸਿੰਘ ਫਸਾਉਣ ਵਾਲਿਆਂ ਤੋਂ ਆਪ ਬਹੁਤ ਸਾਵਧਾਨੀ ਨਾਲ ਦੂਰੀ ਰੱਖਦੇ ਸਨ। ਮਸਕੀਨ ਜੀ ਸਾਹਿਤਕ, ਸੰਗੀਤਕ, ਕਾਵਕ ਤੇ ਕੋਮਲ ਵਿਚਾਰਧਾਰਾ ਦੇ ਸੁਆਮੀ, ਆਪਣੀਆਂ ਸੋਚਾਂ ਵਿੱਚ ਗੁਆਚੇ ਹੋਏ ਆਪਣੀ ਧੁਨ ਦੇ ਮਾਲਕ, ਸੰਵੇਦਨਸ਼ੀਲ ਫਿਲਾਸਫਰ ਸਨ। ਸਮੇਂ ਦੀ ਬਹੁਤ ਕਦਰ ਕਰਦੇ, ਇੱਕ ਇੱਕ ਮਿੰਟ ਦਾ ਲੇਖਾ ਜੋਖਾ ਕਰਦੇ ਤੇ ਅਮਲ ਕਰਦੇ ਸਨ। ਖਾਣ ਪੀਣ, ਆਰਾਮ ਕਰਨ, ਅਧਿਐਨ ਤੇ ਚਿੰਤਨ ਕਰਨ ਦਾ ਬਕਾਇਦਾ ਟਾਈਮ ਟੇਬਲ ਹੁੰਦਾ ਸੀ। ਮਸਕੀਨ ਜੀ ਇਕੱਲੇ ਪੰਜਾਬੀਆਂ ਦੇ ਜਾਂ ਕੇਵਲ ਸਿੱਖਾਂ ਦੇ ਹੀ ਵਿਆਖਿਆਕਾਰ ਨਹੀਂ ਸਨ, ਸਗੋਂ ਇਹਨਾਂ ਦੀ ਮਸ਼ਹੂਰੀ ਤੇ ਮਕਬੂਲੀਅਤ ਵਿਸ਼ਵ ਦੇ ਸਾਰੇ ਭਾਗਾਂ ਵਿੱਚ ਸੀ। ਇਹਨਾਂ ਦੇ ਪ੍ਰਵਚਨਾਂ ਦੇ ਉਪਾਸ਼ਕ ਅਨੇਕਾਂ ਗੈਰ ਪੰਜਾਬੀ ਤੇ ਗੈਰ ਸਿੱਖ ਵੀ ਵੱਡੀ ਗਿਣਤੀ ਵਿੱਚ ਮਿਲਦੇ ਹਨ। ਅਜੋਕੇ ਸੰਤ ਬਾਬਿਆਂ, ਮਹਾਂਪੁਰਖਾਂ ਤੇ ਕਈ ਗੁਣੀ ਗਿਆਨੀਆਂ ਵਾਂਗ ਮਸਕੀਨ ਜੀ ਨਾ ਤਾਂ ਸਰਦਾਰਾਂ ਦੀਆਂ ਐਸ਼ ਆਰਾਮ ਵਾਲੀਆਂ ਵੱਡੀਆਂ ਕੋਠੀਆਂ ਵਿੱਚ ਰਿਹਾਇਸ਼ ਰੱਖਦੇ, ਨਾ ਹੀ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਦਾ ਚਸਕਾ ਸੀ, ਨਾ ਕਿਸੇ ਪਦਾਰਥ ਦੀ ਕੋਈ ਲਾਲਸਾ ਸੀ। ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ ਵਾਲੀ ਸਾਦੀ ਬਿਰਤੀ ਦੇ ਮਾਲਕ ਸਨ। ਦੇਸ਼ ਹੁੰਦੇ ਜਾਂ ਵਿਦੇਸ਼, ਆਪਣੀ ਰਿਹਾਇਸ਼ ਕਿਸੇ ਨਾ ਕਿਸੇ ਗੁਰੂ ਘਰ ਵਿੱਚ ਹੀ ਰੱਖਦੇ ਤੇ ਸੰਗਤ ਦੇ ਨਾਲ ਹੀ ਸਾਧਾਰਨ ਲੰਗਰ ਦਾ ਪ੍ਰਸ਼ਾਦਾ ਛਕਦੇ ਸਨ। ਕੈਨੇਡਾ ਦੀ ਫੇਰੀ ਤੇ ਆਉਂਦੇ ਤਾਂ ਹਮੇਸ਼ਾ ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ਰਿਹਾਇਸ਼ ਰੱਖਦੇ ਸਨ। ਇੱਥੋਂ ਦੀ ਦਿਖਾਵੇ ਤੇ ਅਡੰਬਰ ਰਹਿਤ ਸ਼ੁੱਧ ਧਾਰਮਿਕ ਮਰਿਆਦਾ ਦੇ ਆਪ ਬਹੁਤ ਪ੍ਰਸ਼ੰਸਕ ਸਨ ਅਤੇ ਸੰਗਤ ਨੂੰ ਪਿਆਰ ਕਰਦੇ ਸਨ। ਮਸਕੀਨ ਜੀ ਦੇ ਸਦੀਵੀ ਵਿਛੋੜੇ ਨਾਲ ਸਾਰੀ ਮਾਨਵਤਾ ਨੂੰ ਪਵਿੱਤਰ ਗੁਰਬਾਣੀ, ਗੁਰਮਤਿ ਤੇ ਸਿੱਖ ਸਿਧਾਂਤਾਂ ਅਤੇ ਸਾਹਿਤਕ, ਸੂਖਮ, ਮਨੋਵਿਗਿਆਨਕ ਤੇ ਕਾਵਕ ਵਿਆਖਿਆ ਦਾ ਸਦਾ ਘਾਟਾ ਅਨੁਭਵ ਹੁੰਦਾ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।